हाँ जी विद्यार्थियों, सारिਆਂ ਨੂੰ सत श्री अकाल। स्वागत है तुहाडा सारिਆਂ ਦਾ अपनी रीट पंजाबी वाली जमात विच। अपनी गल चल रही सी कौशलों बारे। कौशलों के विचों आपां चौथा ते आखिरी कौशल अज पढ़ना जी, जिहदा नाम है लिखण कौशल। लिखण कौशल की सिक्ख्या। लो जी, लिखना हैगी एक रचनात्मक क्रिया। रचनात्मक क्रिया वो होंदी है जिहड़ी साडे हत्थां दे नाल आपां करदे हां। हत्थां दे नाल कीती हुई कलाकारी नूं कहा जाता है रचनात्मक क्रिया। लो जी, लिखना एक हैगी है रचनात्मक क्रिया। हुण देखी जाओ गल्लां नूं, ਜਿਹੜੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਧਿਆਨ ਰੱਖਿਓ ਦਿਮਾਗ ਦੇ ਵਿੱਚ। ਜਿਹੜੇ ਜਿਹੜੇ ਪ੍ਰਸ਼ਨ ਮੈਂ ਬਣਾਉਂਦਾ ਜਾਵਾਂ, ਪ੍ਰਸ਼ਨਾਂ ਨੂੰ ਦਿਮਾਗ ਵਿੱਚ ਰੱਖਿਓ। ਆਪਣੀ ਥਿਓਰੀ ਸਾਰੀ ਕਲੀਅਰ ਹੋ ਗਈ ਨਾ, ਉਸ ਤੋਂ ਬਾਅਦ ਟੈਸਟ ਸੀਰੀਜ਼ ਚੱਲੂਗੀ ਅਤੇ ਐਵੇਂ ਦੇ ਪ੍ਰਸ਼ਨ ਹੀ ਤੁਹਾਨੂੰ ਮੈਂ ਬਣਾਉਂਗਾ ਅਤੇ ਉਵੇਂ ਦੇ ਪ੍ਰਸ਼ਨ ਹੀ ਤੁਹਾਨੂੰ ਐਗਜ਼ਾਮ ਦੇ ਵਿੱਚ ਮਿਲ ਜਾਣਗੇ। ਬਸ ਗੱਲ ਖਤਮ। ਅਗਲੀ ਗੱਲ ਦੇਖੋ ਜੀ। ਹਾਂ ਜੀ, ਲਿਖਣ ਕੌਸ਼ਲ ਦੀ ਸਿੱਖਿਆ। ਲਿਖਣ ਕੌਸ਼ਲ ਦਾ ਸ਼ਾਬਦਿਕ ਅਰਥ ਕੀ ਹੈ? ਸਭ ਤੋਂ ਪਹਿਲਾਂ ਭਾਸ਼ਾ ਦੇ ਲਿਪੀਬੱਧ ਰੂਪ ਦੀ ਸਿੱਖਿਆ। ਸਹੀ ਹੈ, ਗੱਲ ਕਲੀਅਰ ਹੈ ਕਿ ਭਾਸ਼ਾ ਦੇ ਲਿਪੀਬੱਧ ਰੂਪ ਦੀ ਸਿੱਖਿਆ, ਉਹਨੂੰ ਆਪਾਂ ਕਹਿ ਦਿੰਦੇ ਹਾਂ ਲਿਖਣ ਕੌਸ਼ਲ। ਭਾਸ਼ਾ ਦੇ ਦੋ ਰੂਪ ਹੁੰਦੇ ਹਨ, ਇੱਕ ਮੌਖਿਕ ਅਤੇ ਇੱਕ ਲਿਖਿਤ। ਲਿਖਿਤ ਦੇ ਵਿੱਚ ਪੜ੍ਹਨਾ ਅਤੇ ਲਿਖਣਾ ਦੋਨੋਂ ਆ ਜਾਂਦੇ ਹਨ। ਮੌਖਿਕ ਦੇ ਵਿੱਚ ਸੁਣਨਾ ਅਤੇ ਬੋਲਣਾ। ਸੁਣਨ ਕੌਸ਼ਲ ਅਤੇ ਬੋਲਣ ਕੌਸ਼ਲ ਦੋਨੋਂ ਮੌਖਿਕ ਰੂਪ ਦੇ ਵਿੱਚ ਆਉਂਦੇ ਹਨ ਅਤੇ ਪੜ੍ਹਨਾ ਅਤੇ ਲਿਖਣਾ ਇਹ ਦੋਨੋਂ ਕੌਸ਼ਲ ਭਾਸ਼ਾ ਦੇ ਲਿਪੀਬੱਧ ਜਾਂ ਲਿਖਤ ਰੂਪ ਵਿੱਚ ਆਉਂਦੇ ਹਨ। ਧਿਆਨ ਰੱਖਿਓ ਬੇਟਾ ਜੀ, ਵਾਰੀ ਵਾਰੀ ਗੱਲ ਬਹੁਤ ਵਾਰੀ ਰਿਪੀਟ ਹੋ ਗਈ ਹੈ। ਲਿਖਣਾ ਇੱਕ ਰਚਨਾਤਮਕ ਕਿਰਿਆ ਹੈ। ਲਿਖਣਾ ਇੱਕ ਕਲਾ ਹੈ ਜਿਸ ਵਿੱਚ ਅੱਖਾਂ ਅਤੇ ਹੱਥ ਇਕੱਠੇ ਕੰਮ ਕਰਦੇ ਹਨ। ਲਿਖਣ ਦੇ ਵਿੱਚ ਕਿਹੜੀਆਂ ਕਿਹੜੀਆਂ ਦੋ ਸਾਡੇ ਜਿਹੜੇ ਹੈਗੇ ਆ, ਜਿਹੜੇ ਸਾਡੇ ਸਰੀਰ ਦੇ ਅੰਗ ਕਿਹੜੇ ਕਿਹੜੇ ਦੋ ਕੰਮ ਕਰਦੇ ਆ? ਅੱਖਾਂ ਅਤੇ ਹੱਥ। ਹਾਂਜੀ, ਆਪਣੀ ਗੱਲ ਜਦੋਂ ਵੀ ਚੱਲੂਗੀ ਲਿਖਣ ਕੌਸ਼ਲ ਦੀ, ਮਾਰੀਆ ਮਾਂਟੇਸਰੀ ਦੀ ਗੱਲ ਆਪਣੇ ਸਾਹਮਣੇ ਜ਼ਰੂਰ ਆਊਗੀ, ਕਿਉਂਕਿ ਮਾਰੀਆ ਮਾਂਟੇਸਰੀ ਨੇ ਬੱਚੇ ਨੂੰ ਪੜ੍ਹਨਾ ਸਿਖਾਉਣ ਤੋਂ ਪਹਿਲਾਂ ਕਹਿੰਦੀ ਲਿਖਣ ਦਾ ਅਭਿਆਸ ਕਰਾਉਣਾ ਚਾਹੀਦਾ ਹੈ, ਕਿਉਂਕਿ ਲਿਖਣਾ ਇੱਕ ਰਚਨਾਤਮਕ ਕਿਰਿਆ ਹੈ। ਬੱਚਾ ਰਚਨਾਤਮਕ ਕਿਰਿਆ ਦੇ ਵਿੱਚ ਜ਼ਿਆਦਾ ਰੁਚੀ ਲੈਂਦਾ ਹੈ। ਇਸ ਕਰਕੇ ਬਾਕੀ ਦੂਸਰਾ ਕਾਰਨ ਲਿਖਣਾ ਹੈ ਜਿਹੜਾ ਉਹ ਪੜ੍ਹਨ ਨਾਲੋਂ ਜ਼ਿਆਦਾ ਸੌਖਾ ਹੈ, ਵਧੇਰੇ ਸੌਖਾ ਹੈ। ਇਸ ਕਰਕੇ ਮਾਂਟੇਸਰੀ ਕਹਿੰਦੀ ਜੀ ਬੱਚੇ ਨੂੰ ਪੜ੍ਹਨਾ ਸਿਖਾਉਣ ਤੋਂ ਪਹਿਲਾਂ ਲਿਖਣਾ ਸਿਖਾਇਆ ਜਾਵੇ। ਮੈਡਮ ਮਾਰੀਆ ਮਾਂਟੇਸਰੀ। ਦੇਖੋ ਜੀ, ਹੁਣ ਗੱਲ ਕੀ ਆ? ਅਸਲ ਵਿੱਚ ਲਿਖਣਾ ਅਤੇ ਪੜ੍ਹਨਾ ਦੋਨੋਂ ਕਿਰਿਆਵਾਂ ਨਾਲ ਨਾਲ ਚੱਲਦੀਆਂ ਹਨ ਅਤੇ ਦੋਨੋਂ ਇੱਕ ਦੂਸਰੇ ਦੀਆਂ ਪੂਰਕ ਹਨ। ਦੇਖੋ ਜੀ, ਹੁਣ ਐਵੇਂ ਆ ਜੇ ਪ੍ਰਸ਼ਨ ਵੀ ਲਿਖਣ ਦੀ ਪੂਰਕ ਕਿਰਿਆ ਕਿਹੜੀ ਹੈ? ਤਾਂ ਲਿਖਣ ਦੀ ਪੂਰਕ ਕਿਰਿਆ ਹੈਗੀ ਹੈ ਜੀ ਪੜ੍ਹਨਾ। ਦੂਸਰੀ ਗੱਲ, ਦੂਸਰਾ ਪ੍ਰਸ਼ਨ ਦੀ ਸ਼ਬਦਾਵਲੀ ਨੂੰ ਪਲਟਾਓ। ਪੜ੍ਹਨ ਦੀ ਪੂਰਕ ਕਿਰਿਆ ਕਿਹੜੀ ਹੈ? ਜੀ ਲਿਖਣਾ, ਕਿਉਂਕਿ ਲਿਖਣਾ ਅਤੇ ਪੜ੍ਹਨਾ ਦੋਨੋਂ ਇੱਕ ਦੂਜੀ ਦੀ ਪੂਰਕ ਹਨ। ਐਵੇਂ ਸਮਝ ਲਓ ਵੀ ਇੱਕੋ ਸਿੱਕੇ ਦੇ ਦੋ ਪਹਿਲੂ, ਦੋ ਪਾਸੇ ਹਨ। ਲਿਖਣ ਕੌਸ਼ਲ ਦਾ ਕੀ ਕੀ ਮਹੱਤਵ ਹੈ ਜੀ? ਲਿਖਣ ਕੌਸ਼ਲ ਭਾਸ਼ਾ ਸਿੱਖਿਆ ਦਾ ਸਭ ਤੋਂ ਉੱਪਰਲਾ ਹਿੱਸਾ ਹੈ। ਸਭ ਤੋਂ ਉੱਪਰਲਾ ਕੌਸ਼ਲ ਹੈ। ਕਿਹੜਾ ਹੈ ਜੀ? ਸਭ ਤੋਂ ਉੱਪਰਲਾ ਹਿੱਸਾ ਲਿਖਣ ਕੌਸ਼ਲ ਹੈ। ਸਭ ਤੋਂ ਥੱਲੜਾ ਹਿੱਸਾ ਹੈ ਜਿਹੜਾ ਉਹ ਸਾਡਾ ਸੁਣਨ ਕੌਸ਼ਲ ਹੈ, ਕਿਉਂਕਿ ਸੁਣਨ ਕੌਸ਼ਲ ਬਾਕੀ ਕੌਸ਼ਲਾਂ ਦਾ ਆਧਾਰ ਬਣਦਾ ਹੈ। ਮੰਜ਼ਿਲ ਕਿੰਨੀ ਵੀ ਉਚਾਈ ਤੱਕ ਹੋ ਜੇ, ਕਿੰਨੇ ਵੀ ਮਤਲਬ ਸਟੋਰੀ, ਡਬਲ ਸਟੋਰੀ, 3 ਸਟੋਰੀ ਬਿਲਡਿੰਗ ਹੋ ਜੇ, ਬੇਸ ਹੈ ਜਿਹੜਾ ਬੇਸ ਦੇ ਉੱਪਰ ਟਿਕੀ ਹੁੰਦੀ ਹੈ। ਬੇਸ ਕਿਹੜਾ ਸਾਡਾ? ਆਧਾਰ ਕਿਹੜਾ? ਉਹ ਹੈਗਾ ਸੁਣਨ ਕੌਸ਼ਲ। ਆਧਾਰ ਥੱਲੇ ਹੁੰਦਾ ਬੇਟਾ ਜੀ, ਉੱਪਰ ਨਹੀਂ ਹੁੰਦਾ। ਰੱਖਿਓ ਯਾਦ ਗੱਲ ਨੂੰ। ਇਸ ਕਰਕੇ ਲਿਖਣ ਕੌਸ਼ਲ ਦਾ ਜਿਹੜਾ ਹੈਗਾ ਉਹ ਸਾਰਿਆਂ ਤੋਂ ਉੱਪਰਲਾ ਹਿੱਸਾ, ਇਹਦਾ ਮਤਲਬ ਸਾਰਿਆਂ ਤੋਂ ਥੱਲੜਾ ਸਾਡਾ ਸੁਣਨ ਕੌਸ਼ਲ ਹੈ। ਭਾਸ਼ਾ 'ਤੇ ਪੂਰਾ ਅਧਿਕਾਰ ਪ੍ਰਾਪਤ ਹੋ ਜਾਂਦਾ ਲਿਖਣ ਕੌਸ਼ਲ ਦੇ ਨਾਲ, ਕਿਉਂਕਿ ਚੌਥਾ ਅਤੇ ਆਖਰੀ ਕੌਸ਼ਲ ਹੈ। ਇਸ ਕਰਕੇ ਇਹ ਕੌਸ਼ਲ ਜਦੋਂ ਵਿਦਿਆਰਥੀ ਵਿੱਚ ਪੂਰਾ ਵਿਕਸਿਤ ਹੋ ਗਿਆ, ਭਾਸ਼ਾ ਦੇ ਉੱਪਰ ਪੂਰਾ ਅਧਿਕਾਰ ਹੈ। ਭਾਸ਼ਾ ਦੇ ਉੱਪਰ ਅਧਿਕਾਰ ਪ੍ਰਾਪਤ ਕਰਨ ਵਾਸਤੇ ਭਾਸ਼ਾ ਦੇ ਮੌਖਿਕ ਅਤੇ ਲਿਖਿਤ ਦੋਨਾਂ ਰੂਪਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਦੋਨਾਂ ਦੇ ਗਿਆਨ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਅਗਰ ਦੋਨਾਂ ਦੇ ਵਿੱਚੋਂ ਇੱਕ ਦਾ ਵਿਕਾਸ ਹੁੰਦਾ ਹੈ, ਕਿਸੇ ਇੱਕ ਦਾ ਨਹੀਂ ਹੁੰਦਾ, ਜਾਂ ਅੱਗੇ 4 ਕੌਸ਼ਲਾਂ ਵਿੱਚੋਂ ਕਿਸੇ ਇੱਕ ਦਾ, 2 ਦਾ ਜਾਂ 3 ਦਾ ਵਿਕਾਸ ਹੋ ਗਿਆ, ਇੱਕ ਦਾ ਨਹੀਂ ਹੋਇਆ, ਜਾਂ 2 ਦਾ ਹੋ ਗਿਆ, 2 ਦਾ ਨਹੀਂ ਹੋਇਆ, ਉਸ ਸਥਿਤੀ ਦੇ ਵਿੱਚ ਭਾਸ਼ਾ ਦੇ ਉੱਪਰ ਪੂਰਨ ਅਧਿਕਾਰ ਪ੍ਰਾਪਤ ਨਹੀਂ ਮੰਨਿਆ ਜਾਊਗਾ। ਇਸ ਸਥਿਤੀ ਦੇ ਵਿੱਚ ਮੰਨਿਆ ਜਾਊਗਾ ਜਦੋਂ ਸੁਣਨ ਕੌਸ਼ਲ ਤੋਂ ਲੈ ਕੇ ਉਸ ਤੋਂ ਬਾਅਦ ਬੋਲਣ ਕੌਸ਼ਲ, ਫਿਰ ਸਾਡਾ ਪੜ੍ਹਨ ਕੌਸ਼ਲ, ਫਿਰ ਸਾਡਾ ਲਿਖਣ ਕੌਸ਼ਲ, ਇਹਨਾਂ 4 ਕੌਸ਼ਲਾਂ ਦਾ ਵਿਕਾਸ, ਭਾਸ਼ਾ ਦੇ ਉੱਪਰ ਪੂਰਾ ਅਧਿਕਾਰ ਅਤੇ ਇਹਨਾਂ 4 ਕੌਸ਼ਲਾਂ ਦੀ ਸਿੱਖਿਆ ਦਾ ਹੀ ਮੁਲਾਂਕਣ ਕੀਤਾ ਜਾਂਦਾ ਹੈ।
ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਲਿਖਤ ਪ੍ਰੀਖਿਆ ਤੋਂ ਬਿਨਾਂ ਮੁਲਾਂਕਣ ਸੰਭਵ ਨਹੀਂ ਹੈ। ਆਧੁਨਿਕ ਸਿੱਖਿਆ ਪ੍ਰਣਾਲੀ ਦੇ ਵਿੱਚ ਲਿਖਤ ਪ੍ਰੀਖਿਆ ਦਾ ਬਹੁਤ ਮਹੱਤਵ ਹੈ। ਆਪਾਂ ਗੱਲ ਕਰਾਂਗੇ ਜਦੋਂ ਆਪਾਂ ਨਿਬੰਧਾਤਮਕ ਪ੍ਰਸ਼ਨ ਤੇ ਲਘੂ ਉੱਤਰ ਪ੍ਰਸ਼ਨ ਤੇ ਸਾਡੇ ਵਸਤੂਨਿਸ਼ਟ ਪ੍ਰਸ਼ਨ ਉਹਨਾਂ ਦੇ ਬਾਰੇ ਜਦੋਂ ਚਰਚਾ ਕਰਾਂਗੇ ਤੇ ਉਦੋਂ ਤੁਸੀਂ ਦੇਖ ਲਿਓ ਵੀ ਲਿਖਣ ਕੌਸ਼ਲ ਦੇ ਵਿੱਚ ਇਹ ਜਿਹੜਾ ਅੱਜ ਕੱਲ੍ਹ ਤਾਂ ਵੀ ਦੇਖੋ ਦੋ ਤਰੀਕੇ ਨਾਲ ਮੁਲਾਂਕਣ ਹੋ ਸਕਦਾ, ਜਾਂ ਤਾਂ ਮੌਖਿਕ ਦੇ ਵਿੱਚ ਤੇ ਜਾਂ ਲਿਖਿਤ ਦੇ ਵਿੱਚ। ਤੁਸੀਂ ਦੇਖ ਲਓ ਭਾਸ਼ਾ ਦਾ ਜਿਹੜਾ ਬਹੁਤ ਸਾਰਾ ਹਿੱਸਾ ਹੈ ਜਿਹੜਾ ਸਕੂਲਾਂ ਦੇ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ, ਉਹਦੇ ਵਿੱਚ ਪ੍ਰੀਖਿਆ ਹੈ ਜਿਹੜੀ ਉਹ ਲਿਖਣ ਕੌਸ਼ਲ 'ਤੇ ਆਧਾਰਿਤ ਹੈ। ਮੌਖਿਕ ਤਾਂ ਕਿਤੇ ਕਿਤੇ ਮੌਖਿਕ ਵਾਇਵਾ ਲੈ ਲੈਂਦੇ, ਨਹੀਂ ਤਾਂ ਨਹੀਂ ਲੈਂਦੇ। ਸਾਹਿਤਕ ਰਚਨਾ ਦਾ ਆਧਾਰ ਕਿਹੜਾ ਕੌਸ਼ਲ ਬਣਦਾ ਜੀ? ਲਿਖਣ ਕੌਸ਼ਲ। ਸਾਹਿਤ ਰਚਨਾ ਕਰਨੀ ਹੈ ਉਹਦੇ ਵਾਸਤੇ ਲਿਖਣ ਕੌਸ਼ਲ ਜ਼ਰੂਰੀ ਹੈ। ਅੱਗੇ ਵਿਚਾਰਾਂ ਤੇ ਭਾਵਾਂ ਨੂੰ ਸੁਰੱਖਿਅਤ ਰੱਖਣ ਲਈ ਲਿਖਤ ਭਾਸ਼ਾ ਦੀ ਲੋੜ ਹੁੰਦੀ ਹੈ। ਲਿਖ ਕੇ ਤੁਸੀਂ ਕੋਈ ਗੱਲ ਰੱਖ ਦਿਓ ਤੇ ਬਸ ਉਹ ਗੱਲ ਕਿਤੇ ਨਾ ਕਿਤੇ ਜ਼ਰੂਰ ਕਿਸੇ ਦੇ ਹੱਥ ਲੱਗ ਜੂਗੀ, ਜ਼ਰੂਰ ਅੱਗੇ ਪਹੁੰਚ ਜੂਗੀ। ਹਾਂ, ਤੁਹਾਡੇ ਵੱਲੋਂ ਬੋਲੀ ਹੋਈ ਗੱਲ ਹੋ ਸਕਦਾ 2 ਬੰਦਿਆਂ ਨੂੰ ਸੁਣੇ, 4 ਬੰਦਿਆਂ ਨੂੰ ਸੁਣੇ, ਮੌਖਿਕ ਰੂਪ ਵਿੱਚ ਆਖੀ ਹੋਈ ਗੱਲ, ਪਰ ਲਿਖਿਤ ਰੂਪ ਵਿੱਚ ਦੇ ਗੱਲ ਹੈ ਜਿਹੜੀ ਉਹ ਕਿੱਥੇ ਜਾ ਸਕਦੀ ਹੈ ਤੁਸੀਂ ਸੋਚ ਨਹੀਂ ਸਕਦੇ। ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਮੈਟਰ ਲੋਕੀ ਇੱਕ ਕਿੱਥੇ ਲਿਖਣ ਵਾਲਾ ਪਤਾ ਨਹੀਂ ਕਿੱਥੇ ਬੈਠਾ ਹੁੰਦਾ, ਲੋਕੀ ਪਤਾ ਨਹੀਂ ਕਿੱਥੇ ਬੈਠੇ ਪੜ੍ਹੀ ਜਾਂਦੇ ਹੁੰਦੇ ਆ। ਭਾਸ਼ਾ ਵਿਚਾਰਾਂ ਤੇ ਭਾਵਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਮਨੁੱਖ ਦੀ ਯਾਦ ਸ਼ਕਤੀ ਸੀਮਿਤ ਹੈ ਜੀ। ਬਿਲਕੁਲ ਸਹੀ ਗੱਲ ਹੈ, ਜਾਇਜ਼ ਗੱਲ ਹੈ ਇਹ। ਕਿੰਨਾ ਕੁ ਯਾਦ ਰੱਖ ਲਾਂਗੇ ਆਪਾਂ? ਆਪਣੀ ਯਾਦਾਸ਼ਤ ਦੀ ਸ਼ਕਤੀ ਸੀਮਿਤ ਹੈ। ਗੱਲਾਂ ਯਾਦ ਰੱਖਣ ਲਈ ਲਿਖਤ ਭਾਸ਼ਾ ਦੀ ਵਰਤੋਂ ਹੁੰਦੀ ਹੈ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੋ ਮੇਰੇ ਤੇ ਆਪਦੇ ਨਹੀਂ ਚੇਤੇ ਰਹਿੰਦੀਆਂ, ਤਾਂ ਮੇਰਾ ਫਿਰ ਤਰੀਕਾ ਮੈਂ ਤੁਹਾਨੂੰ ਦੇਖ ਹੀ ਲਓ। ਤੁਸੀਂ ਲਿਖਣ ਕੌਸ਼ਲ ਦਾ ਮੈਨੂੰ ਜ਼ਿਆਦਾ ਮਤਲਬ ਹੁੰਦਾ ਨੋਟਸ ਵਗੈਰਾ ਬਣਾ ਕੇ ਉਹਨਾਂ 'ਤੇ ਪੜ੍ਹਾ ਦੇਣਾ। ਇਹ ਕਾਰਨ ਕੀ ਹੈ? ਕਿਉਂਕਿ ਹਰ ਇੱਕ ਚੀਜ਼ ਥੋੜ੍ਹਾ ਯਾਦ ਰੱਖ ਸਕਦੇ ਹਾਂ ਆਪਾਂ, ਕਿਹੜਾ ਰੱਬ ਆ, ਪਰ ਕਨਸੈਪਟ ਸਾਰੇ ਕਲੀਅਰ ਕਰਨੇ ਜ਼ਰੂਰੀ ਹੁੰਦੇ ਆ। ਇਸ ਕਰਕੇ ਲਿਖਣ ਕੌਸ਼ਲ ਦਾ ਮਹੱਤਵ ਹੋਰ ਵੱਧ ਜਾਂਦਾ ਹੈ। ਲਿਖਣ ਭਾਸ਼ਾ ਨੂੰ ਸਥਾਈ ਰੂਪ ਪ੍ਰਦਾਨ ਕਰਦਾ ਹੈ। ਰੱਖਿਓ ਗੱਲ, ਇੱਕ ਗੱਲ ਦਾ ਧਿਆਨ ਰੱਖਿਓ, ਇੱਥੇ ਬਹੁਤ ਵੱਡੀ ਗੱਲ, ਇੰਪੋਰਟੈਂਟ ਗੱਲ ਤੁਹਾਨੂੰ ਦੱਸਦਾ ਮੈਂ। ਭਾਸ਼ਾ ਦਾ ਮੌਖਿਕ ਰੂਪ ਹੈ ਜਿਹੜਾ ਉਹ ਅਸਥਾਈ ਰੂਪ ਹੈ। ਭਾਸ਼ਾ ਦਾ ਲਿਖਿਤ ਰੂਪ ਸਥਾਈ ਰੂਪ ਹੈ। ਅਸਥਾਈ ਨੂੰ ਸਥਾਈ ਦੇ ਵਿੱਚ ਬਦਲਣਾ ਹੈ। ਪੜ੍ਹੇ ਮਤਲਬ ਕੀ ਹੈ ਵੀ ਬੋਲੇ ਹੋਏ ਨੂੰ ਲਿਖਣਾ, ਜਾਂ ਦੂਸਰੇ ਸ਼ਬਦਾਂ ਦੇ ਵਿੱਚ ਲਿਖਣ ਕੌਸ਼ਲ ਹੈ ਜਿਹੜਾ ਉਹ ਭਾਸ਼ਾ ਨੂੰ ਸਥਾਈ ਰੂਪ ਪ੍ਰਦਾਨ ਕਰਦਾ। ਇਹਦਾ ਮਤਲਬ ਕੀ ਹੈ ਕਿ ਭਾਸ਼ਾ ਦਾ ਜਿਹੜਾ ਲਿਪੀਬੱਧ ਰੂਪ ਹੈ ਉਹ ਸਥਾਈ ਰੂਪ ਹੈ, ਪਰ ਭਾਸ਼ਾ ਦਾ ਜਿਹੜਾ ਮੌਖਿਕ ਰੂਪ ਹੈ ਉਹ ਅਸਥਾਈ ਰੂਪ ਹੈ। ਭਾਸ਼ਾ ਦੇ 2 ਰੂਪ ਹਨ, ਮੌਖਿਕ ਤੇ ਲਿਖਿਤ। ਮੌਖਿਕ ਅਸਥਾਈ ਹੈ ਅਤੇ ਲਿਖਿਤ ਸਥਾਈ ਹੈ, ਹਮੇਸ਼ਾ ਟਿਕਿਆ ਰਹਿਣ ਵਾਲਾ। ਲਿਖਣ ਕਲਾ ਵਿੱਚ ਕੀ ਹੁੰਦਾ? ਉਂਗਲੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ। ਕਹਿਣ ਦਾ ਮਤਲਬ ਹੈ ਕਿ ਸਾਡੇ ਜਿਹੜੇ ਹੱਥਾਂ ਦੇ ਅੱਗੇ ਆ ਪੱਠੇ ਆ ਜਿਹੜੇ ਇਹ ਮਜ਼ਬੂਤ ਬਣਦੇ ਆ, ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਵੀ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ। ਹੱਥਾਂ ਤੇ ਦਿਮਾਗ ਦੀ ਕਸਰਤ ਨਾਲੋਂ ਨਾਲ ਹੁੰਦੀ ਹੈ। ਦਿਮਾਗ ਜੋ ਸੋਚਦਾ ਹੈ ਹੱਥ ਉਹ ਲਿਖਦੇ ਹਨ। ਦੂਸਰੀ ਗੱਲ, ਅੱਗੇ ਲਿਖਣਾ ਸਿਖਾਉਣ ਦੀਆਂ ਅਵਸਥਾਵਾਂ ਦੇਖ ਲਓ ਬੇਟਾ ਜੀ। ਪ੍ਰਸ਼ਨ ਆਇਆ ਸੀ ਪਿਛਲੀ ਵਾਰੀ, ਅੱਜ ਜਿਹੜੀ ਕੈਂਸਲ ਹੋਈ ਆ ਰੀਟ ਉਹਦੇ 'ਚ ਆਇਆ ਸੀ, ਅੱਗੇ ਵੀ ਪ੍ਰਸ਼ਨ ਆਉਂਦਾ ਰਹੂਗਾ। ਦੇਖ ਲਓ, ਧਿਆਨ ਨਾਲ ਰੱਖਿਓ ਇਸ ਗੱਲ ਨੂੰ ਚੇਤੇ। ਹੁਣ ਅਵਸਥਾਵਾਂ, ਲਿਖਣ ਕੌਸ਼ਲ ਦੀਆਂ ਅਵਸਥਾਵਾਂ। ਲਿਖਣ ਕੌਸ਼ਲ ਦੇ ਵਿਕਾਸ ਲਈ ਦਿਮਾਗ ਅਤੇ ਪੱਠਿਆਂ ਮਤਲਬ ਮਾਸਪੇਸ਼ੀਆਂ, ਪੱਠੇ ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਆਥੈਂਟਿਕ ਬੁੱਕਸ ਪੜ੍ਹ ਰਹੇ ਹੋਣ, ਉੱਥੇ ਸ਼ਬਦ ਆ ਜੇ ਪੱਠੇ ਤੇ ਤੁਸੀਂ ਸੋਚੋ ਵੀ ਕਿਤੇ ਪਸ਼ੂਆਂ ਨੂੰ ਪਾਉਣ ਵਾਲੇ ਪੱਠੇ, ਨਾ ਜੀ। ਪੱਠਿਆਂ ਦਾ ਮਤਲਬ ਮਾਸਪੇਸ਼ੀਆਂ, ਅੱਗੇ ਪੋਟੇ ਜਿਹੜੇ ਆਹ ਉਂਗਲਾਂ। ਵਿਚਕਾਰ ਸਹਿਯੋਗ ਪੈਦਾ ਕੀਤਾ। ਲਿਖਣ ਕੌਸ਼ਲ ਦੇ ਵਿੱਚ ਕੀ ਹੁੰਦਾ ਹੈ? ਜੋ ਦਿਮਾਗ ਸੋਚੇ ਸਾਡਾ ਉਸੇ ਨੂੰ ਲਿਖਿਆ ਜਾਵੇ, ਹੈ ਨਾ। ਜਦੋਂ ਦਿਮਾਗ ਸੋਚੇਗਾ ਹੀ ਨਹੀਂ ਕੁਛ, ਅਸੀਂ ਲਿਖ ਕਿਵੇਂ ਸਕਾਂਗੇ? ਸੋ ਦਿਮਾਗ ਤੇ ਹੱਥ ਦੀ ਆਪਸ ਦੇ ਵਿੱਚ ਤਾਲਮੇਲ, ਉਹਨਾਂ ਦਾ ਆਪਸ ਦੇ ਵਿੱਚ ਸੰਬੰਧ ਬਿਠਾਉਣਾ, ਇਹ ਲਿਖਣ ਕੌਸ਼ਲ ਦੇ ਵਿੱਚ ਆਉਂਦਾ ਹੈ। ਲਿਖਣਾ ਸਿਖਾਉਣ ਦੀਆਂ ਪ੍ਰਸ਼ਨ ਬਣਦਾ, ਲਿਖਣਾ ਸਿਖਾਉਣ ਦੀਆਂ ਕਿੰਨੀਆਂ ਅਵਸਥਾਵਾਂ ਹਨ? 4। ਲਿਖਣਾ ਸਿਖਾਉਣਾ ਹੋਵੇ ਕਿਸੇ ਨੂੰ 4 ਅਵਸਥਾਵਾਂ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ। ਕਿੰਨੀਆਂ? 4 ਅਵਸਥਾਵਾਂ। ਪਹਿਲੀ ਅਵਸਥਾ ਦੇ ਵਿੱਚ ਹੋਊਗਾ ਲਿਖਣ ਦੀ ਤਿਆਰੀ। ਪਹਿਲੀ ਅਵਸਥਾ ਹਮੇਸ਼ਾ ਇਹ ਰਹੂਗੀ ਵੀ ਲਿਖਣ ਵਾਸਤੇ ਬੱਚੇ ਨੂੰ ਤਿਆਰ ਕਰਨਾ। ਦੂਸਰੀ ਅਵਸਥਾ, ਬੱਚਾ ਲਿਖਣ ਵਾਸਤੇ ਤਿਆਰ ਹੋ ਗਿਆ। ਦੂਜੀ ਅਵਸਥਾ, ਉਸ ਨੂੰ ਅੱਖਰਾਂ ਦੀ ਰਚਨਾ ਸਿਖਾਉਣੀ, ਅੱਖਰ ਲਿਖਣੇ ਸਿਖਾਉਣੇ। ਤੀਸਰੀ ਅਵਸਥਾ, ਸ਼ਬਦ ਰਚਨਾ ਤੇ ਵਾਕ ਰਚਨਾ। ਧਿਆਨ ਰੱਖਿਓ ਬੇਟਾ ਜੀ, ਦੂਜੀ ਅਵਸਥਾ ਦੇ ਵਿੱਚ ਕੇਵਲ ਅੱਖਰਾਂ ਦੀ ਰਚਨਾ ਦਿੱਤੀ ਜਾਊਗੀ। ਤੀਜੀ ਅਵਸਥਾ ਦੇ ਵਿੱਚ ਸ਼ਬਦ ਤੇ ਵਾਕ ਦੋਨਾਂ ਦੀ ਰਚਨਾ ਕਰਨੀ ਸਿਖਾਉਣੀ ਹੈ। ਤੀਜੀ ਅਵਸਥਾ ਦੇ ਵਿੱਚ ਸ਼ਬਦ ਤੇ ਵਾਕ ਦੋਨਾਂ ਦੀ ਰਚਨਾ। ਚੌਥੀ ਅਵਸਥਾ ਦੇ ਵਿੱਚ ਅਭਿਆਸ ਅਤੇ ਆਦਰਸ਼ ਲਿਖਤ।
चौथी अवस्था ਵਿੱਚ ਅਭਿਆਸ ਅਤੇ ਆਦਰਸ਼ ਲਿਖਤ, ਅਭਿਆਸ ਅਤੇ ਆਦਰਸ਼ ਲਿਖਤ। ਹਾਂਜੀ, ਪਹਿਲੀ ਅਵਸਥਾ ਜਿਵੇਂ ਤੁਹਾਨੂੰ ਦੱਸਿਆ ਲਿਖਣ ਦੀ, ਤੇ ਆ ਹੋ ਗਿਆ ਸਾਰਾ। ਇਸੇ ਪ੍ਰਸ਼ਨ ਨੂੰ ਹੋਰ ਡੀਪ ਕਰਦੇ ਹਾਂ। ਆ ਜਾਓ ਆਪਾਂ ਪਹਿਲੀ ਅਵਸਥਾ ਲਿਖਣ ਦੀ ਤਿਆਰੀ। ਦੇਖੋ ਜੀ ਕਿਵੇਂ ਬੱਚੇ ਨੂੰ ਲਿਖਣ ਲਈ ਤਿਆਰ ਕੀਤਾ ਜਾਂਦਾ ਹੈ। ਕਿਵੇਂ ਬੱਚੇ ਨੂੰ ਅੱਖਰਾਂ ਦੀ ਬਨਾਵਟ ਵੱਲ ਉਹਦਾ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਲਿਖਣ ਦੀ ਤਿਆਰੀ ਦੇ ਵਿੱਚ ਕਿਵੇਂ, ਮਤਲਬ ਤਿਆਰੀ ਕਿਵੇਂ ਕਰਨੀ ਹੈ, ਉਹਦੇ ਵਿੱਚ ਪਹਿਲਾ ਸਟੈਪ ਕੀ ਹੋਊਗਾ, ਅੱਖਰਾਂ ਦੀ ਬਨਾਵਟ ਵੱਲ ਧਿਆਨ ਦੇ ਕੇ ਬੱਚੇ ਦੀ ਨਿਰੀਖਣ ਜਿਹਨੂੰ ਹਿੰਦੀ 'ਚ ਕਹਿੰਦੇ ਆ, ਨਿਰੀਖਣ ਸ਼ਕਤੀ ਵਧਾਉਣੀ ਹੈ ਬੱਚੇ ਦੀ। ਬੱਚਾ ਅੱਖਰਾਂ ਦੀ ਬਨਾਵਟ ਵੱਲ ਧਿਆਨ ਦੇਵੇ। ਸਭ ਤੋਂ ਪਹਿਲਾਂ ਬੱਚਾ ਆਪਣੇ ਮਾਈਂਡ ਦੇ ਵਿੱਚ ਅੱਖਰਾਂ ਦੀ ਬਨਾਵਟ ਨੂੰ ਸੈੱਟ ਕਰੂਗਾ। ਲਿਖਣ ਪ੍ਰਤੀ ਰੁਚੀ, ਦਿਮਾਗ ਅਤੇ ਮਾਸਪੇਸ਼ੀਆਂ ਵਿੱਚ ਸੰਬੰਧ ਸਥਾਪਿਤ ਹੋ ਜਾਵੇ। ਉੱਥੇ ਬੱਚੇ ਦਾ ਦਿਮਾਗ ਅਤੇ ਮਾਸਪੇਸ਼ੀਆਂ ਵਿੱਚ ਇਹ ਹੁਣ ਆ ਜੇ ਪ੍ਰਸ਼ਨ, ਦਿਮਾਗ ਅਤੇ ਮਾਸਪੇਸ਼ੀਆਂ ਵਿੱਚ ਸੰਬੰਧ ਕਿਹੜੀ ਅਵਸਥਾ ਵਿੱਚ ਸਥਾਪਿਤ ਕੀਤਾ ਜਾਂਦਾ ਹੈ ਜੀ? ਪਹਿਲੀ ਅਵਸਥਾ, ਲਿਖਣ ਦੀ ਪਹਿਲੀ ਅਵਸਥਾ। ਪ੍ਰਸ਼ਨਾਂ ਨੂੰ ਅੱਗੇ ਵੀ ਧਿਆਨ ਰੱਖਿਓ। ਅੱਖਰਾਂ ਦੀ ਬਨਾਵਟ ਵਿੱਚ, ਅੱਖਰਾਂ ਦੀ ਬਨਾਵਟ ਵੱਲ ਧਿਆਨ ਦਿਵਾਉਣਾ ਕਿਹੜੀ ਅਵਸਥਾ ਹੈ ਜੀ? ਪਹਿਲੀ ਅਵਸਥਾ। ਪ੍ਰਸ਼ਨ ਬਹੁਤ ਬਣਦੇ ਆ ਅੱਗੇ। ਦੇਖੋ ਲੋੜੀ ਦੇ ਸਾਧਨ ਕਿਹੜੇ ਕਿਹੜੇ ਚਾਹੀਦੇ ਆ। ਸਭ ਤੋਂ ਪਹਿਲਾਂ ਸਾਡਾ ਸਟੈਪ ਕੀ ਹੈ? ਲਿਖਣ ਦੀ ਤਿਆਰੀ। ਉਹਦੇ ਵਿੱਚ ਵਾਤਾਵਰਨ, ਇੱਕ ਤਾਂ ਵੀ ਸੁੰਦਰ ਵਸਤੂਆਂ ਦਿਖਾਈਏ, ਕੋਈ ਰੰਗ ਬਿਰੰਗੀ ਉਹਨੂੰ ਖਿਡੌਣੇ, ਕੋਈ ਗੁਬਾਰੇ, ਕੋਈ ਜੋ ਵੀ ਹੈ, ਚਾਰਟ, ਸੁੰਦਰ ਚਿੱਤਰ, ਜਿਵੇਂ ਕਿੰਡਰਗਾਰਟਨ ਜਾਂ ਮਾਂਟੇਸਰੀ ਪ੍ਰਣਾਲੀ ਦੀ ਜਿਹੜੀ ਸਮੱਗਰੀ ਹੈ ਉਹਨੂੰ ਆਪਾਂ ਵਰਤ ਸਕਦੇ ਹਾਂ ਲਿਖਣ ਦੀ ਤਿਆਰੀ ਵਾਸਤੇ। ਰਚਨਾਤਮਕ ਸ਼ਕਤੀ ਦਾ ਵਿਕਾਸ, ਚੌਂਕ ਜਾਂ ਪਟੜੀ, ਇੱਕ ਐਵੇਂ ਪਟੜੀ, ਚੌਂਕ ਜਾਂ ਪਟੜੀ, ਇੱਕ ਚੌਰਸ ਮਤਲਬ ਬਣਾ ਕੇ ਕੁਛ ਉਹਦੇ 'ਤੇ ਰੇਤਾ ਵਿਛਾ ਕੇ ਉਹਨੂੰ ਪੱਧਰਾ ਕਰ ਦਿੱਤਾ ਜਾਂਦਾ ਹੈ। ਬੱਚਾ ਅਧਿਆਪਕ ਦੀ ਨਕਲ ਕਰਕੇ ਉਂਗਲੀ ਨਾਲ ਪਟੜੀ 'ਤੇ ਅੱਖਰ ਲਿਖਣ ਦੀ ਕੋਸ਼ਿਸ਼ ਕਰਦਾ ਹੈ। ਇਹਦੇ ਨਾਲ ਕੀ ਹੋਊਗਾ ਬੇਟਾ ਜੀ? ਬੱਚੇ ਦਾ ਦਿਮਾਗ ਅਤੇ ਮਾਸਪੇਸ਼ੀਆਂ ਦਾ ਸੰਬੰਧ ਸਥਾਪਿਤ ਹੋਊਗਾ ਪਹਿਲੀ ਅਵਸਥਾ ਦੇ ਵਿੱਚ ਲਿਖਣ ਦੀ ਤਿਆਰੀ ਵਿੱਚ। ਸ਼ਬਦ ਵਿਧੀ ਦੀ ਵਰਤੋਂ ਕਰ ਸਕਦਾ ਅਧਿਆਪਕ। ਇੱਥੇ ਸ਼ਬਦਾਂ ਦੇ ਚਾਰਟ ਜਾਂ ਕਾਰਡ ਦਿਖਾਵੇ, ਬੱਚਾ ਉਹਨਾਂ ਨੂੰ ਸ਼ਬਦਾਂ ਨੂੰ ਜ਼ਮੀਨ 'ਤੇ ਲਿਖੇ ਜਾਂ ਹਵਾ ਵਿੱਚ ਉਂਗਲੀ ਨਾਲ ਲਿਖੇ। ਹਵਾ ਵਿੱਚ, ਦੋਨੇ ਤਰੀਕੇ ਨਾਲ ਬੱਚਾ ਲਿਖ ਸਕਦਾ। ਕ੍ਰੀਏਟੀਵਿਟੀ, ਕਿਉਂਕਿ ਲਿਖਣਾ ਇੱਕ ਰਚਨਾਤਮਕ ਕਿਰਿਆ ਹੈ। ਜ਼ਰੂਰੀ ਥੋੜ੍ਹਾ ਵੀ ਬੱਚਾ ਫੱਟੀ ਜਾਂ ਪੱਟੀ 'ਤੇ ਹੀ ਲਿਖੇ, ਹਵਾ ਦੇ ਵਿੱਚ ਵੀ ਇਸ ਤਰ੍ਹਾਂ। ਲਓ ਜੀ, ਆ ਗਈ ਦੂਜੀ ਅਵਸਥਾ। ਦੂਜੀ ਅਵਸਥਾ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕੇਵਲ ਬੱਚੇ ਨੂੰ ਅੱਖਰਾਂ ਦੀ ਰਚਨਾ। ਧਿਆਨ ਆ ਜੇ ਕਿਤੇ ਐਵੇਂ ਪ੍ਰਸ਼ਨ ਆ ਜੇ ਵੀ ਦੂਜੀ ਅਵਸਥਾ ਦੇ ਵਿੱਚ ਸਿਖਾਇਆ ਜਾਂਦਾ ਹੈ ਅੱਖਰ ਰਚਨਾ, ਅੱਖਰ ਤੇ ਸ਼ਬਦ ਰਚਨਾ, ਅੱਖਰ ਤੇ ਵਾਕ ਰਚਨਾ ਜਾਂ ਸ਼ਬਦ ਰਚਨਾ। ਧਿਆਨ ਰੱਖਿਓ, ਪ੍ਰਸ਼ਨ ਐਵੇਂ ਦਾ ਬਣ ਸਕਦਾ ਹੈ। ਧਿਆਨ ਰੱਖਿਓ, ਦੂਜੀ ਅਵਸਥਾ ਦੇ ਵਿੱਚ ਕੇਵਲ ਬੱਚੇ ਨੂੰ ਅੱਖਰ ਰਚਨਾ ਸਿਖਾਉਣੀ ਹੈ ਆਪਾਂ। ਲਿਖਣ ਕੌਸ਼ਲ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੈ ਬੇਟਾ ਜੀ। ਧਿਆਨ ਰੱਖਿਓ, ਲਿਖਣ ਕੌਸ਼ਲ ਦੇ 4 ਪੜਾਅ, ਲਿਖਣ ਕੌਸ਼ਲ ਦੀਆਂ 4 ਅਵਸਥਾਵਾਂ। ਚਾਰਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਦੂਜੇ ਨੰਬਰ ਦੀ ਅਵਸਥਾ, ਦੂਜੇ ਨੰਬਰ ਦੀ ਅਵਸਥਾ ਅੱਖਰ ਰਚਨਾ ਵਾਲੀ ਦੂਜੀ ਅਵਸਥਾ ਸਭ ਤੋਂ ਮਹੱਤਵਪੂਰਨ ਹੈ। ਧਿਆਨ ਰੱਖਿਓ, ਇਸ ਵਿੱਚ ਬੱਚੇ ਦੇ ਦਿਮਾਗ ਵਿੱਚ ਲਿਖਣ ਕੌਸ਼ਲ ਦੀ ਨੀਂਹ ਪੈਂਦੀ ਹੈ। ਇੱਕ ਪ੍ਰਸ਼ਨ ਹੋਰ ਵੀ ਲਿਖਣ ਕੌਸ਼ਲ ਦੀ ਨੀਂਹ ਬੱਚੇ ਦੇ ਦਿਮਾਗ ਵਿੱਚ ਕਿਹੜੀ ਅਵਸਥਾ ਵਿੱਚ ਰੱਖੀ ਜਾਂਦੀ ਹੈ ਜੀ? ਦੂਜੀ ਅਵਸਥਾ ਵਿੱਚ, ਅੱਖਰ ਰਚਨਾ ਵਾਲੀ 'ਚ। ਅਧਿਆਪਕ ਦਾ ਉਦੇਸ਼ ਬੱਚੇ ਨੂੰ ਗੁਰਮੁਖੀ ਲਿਪੀ ਦੇ ਸਾਰੇ ਅੱਖਰਾਂ ਨੂੰ ਆਪਣੇ ਹੱਥ ਨਾਲ ਲਿਖਣ ਦੇ ਯੋਗ ਬਣਾਉਣਾ ਹੈ। ਲਓ ਜੀ, ਬੱਚੇ ਨੂੰ ਗੁਰਮੁਖੀ ਦੀ ਵਰਣਮਾਲਾ ਦੂਜੀ ਅਵਸਥਾ ਦੇ ਵਿੱਚ ਸਿਖਾਈ ਜਾਊਗੀ। ਬੱਚੇ ਨੂੰ ਵਰਣਮਾਲਾ ਕਿਹੜੀ ਅਵਸਥਾ ਦੇ ਵਿੱਚ ਸਿਖਾਈ ਜਾਊਗੀ? ਅੱਖਰ ਰਚਨਾ ਮਤਲਬ ਦੂਜੀ ਅਵਸਥਾ ਦੇ ਵਿੱਚ। ਸਾਧਨ ਕਿਹੜੇ ਕਿਹੜੇ, ਵਸਤੂਆਂ ਕਿਵੇਂ? ਲਿਖਣਾ ਸਿਖਾਉਣ ਲਈ ਕਲਮ, ਸਿਆਹੀ, ਤਖਤੀ ਦੀ ਵਰਤੋਂ ਕਰ ਸਕਦਾ ਹੈ ਦੂਜੀ ਅਵਸਥਾ ਦੇ ਵਿੱਚ। ਪਹਿਲੀ ਅਵਸਥਾ ਦੇ ਵਿੱਚ ਤਾਂ ਉਹ ਕੋਈ ਪਟੜੀ ਜਾਂ ਚੌਂਕ ਬਣਾ ਕੇ ਵਰਤੋਂ ਕਰੇਗਾ, ਮਿੱਟੀ ਵਿਛਾ ਕੇ ਉਹਦੇ 'ਤੇ ਬੱਚਾ ਉਂਗਲ ਨਾਲ ਲਿਖੇਗਾ ਜਾਂ ਹਵਾ ਵਿੱਚ। ਉਸ ਤੋਂ ਬਾਅਦ ਬੱਚੇ ਨੂੰ ਜਾਂ ਕੁਛ ਇਸ ਤਰ੍ਹਾਂ ਦੇ ਰੰਗ ਬਿਰੰਗੇ ਕੋਈ ਖਿਡੌਣੇ ਜਾਂ ਮਾਂਟੇਸਰੀ ਵਿਧੀ ਵਾਲੀਆਂ ਕੋਈ ਜਾਂ ਕਿੰਡਰਗਾਰਟਨ ਵਿਧੀ ਵਾਲੇ ਜਿਹੜੇ ਸਾਧਨ ਆ ਉਹ ਵਰਤ ਸਕਦਾ। ਪਹਿਲੀ ਅਵਸਥਾ ਦੀ ਗੱਲ ਕਰ ਰਿਹਾ ਮੈਂ। ਦੂਜੀ ਅਵਸਥਾ ਦੇ ਵਿੱਚ ਕਲਮ, ਸਿਆਹੀ ਇਹਨਾਂ ਦੀ ਵਰਤੋਂ ਹੋਊਗਾ। ਲਓ ਜੀ, ਸੰਸਲੇਸ਼ਣ ਵਿਧੀ ਵਰਤ ਸਕਦਾ ਇੱਥੇ ਅਧਿਆਪਕ। ਸੌਖੀ ਤੋਂ ਔਖੀ ਰੇਖਾ ਖਿੱਚਣਾ ਸਿਖਾਉਣਾ ਅਤੇ ਬਾਅਦ ਵਿੱਚ ਸੰਸਲੇਸ਼ਣ ਦੁਆਰਾ ਗੁਰਮੁਖੀ ਅੱਖਰ ਬਣਾਏ ਜਾਣੇ। ਵੀ ਹੁਣ ਜਿਵੇਂ ਸੌਖੀ ਤੋਂ ਔਖੀ ਕਿਵੇਂ ਬੱਚਾ ਕਰੂਗਾ, ਇੱਕ ਦੇਖੋ ਮਾੜਾ ਜਿਹਾ ਉਦਾਹਰਣ। ਮੰਨ ਲਓ ਬੱਚੇ ਨੂੰ ਜੱਜਾ ਲਿਖਣਾ ਸਿਖਾਉਣਾ ਹੈ ਨਾ। ਹੁਣ ਬੱਚਾ ਸਭ ਤੋਂ ਪਹਿਲਾਂ ਸੌਖੀ ਰੇਖਾ, ਪਹਿਲਾਂ ਆਹ ਖਿੱਚ ਲੇ, ਫਿਰ ਆਹ, ਫਿਰ ਬੱਚਾ ਆਹ ਔਖੀ ਰੇਖਾ ਬੱਚੇ ਵਾਸਤੇ, ਕਿਉਂਕਿ ਇੱਧਰ ਮੁੜ ਕੇ ਆਉਣਾ ਬੱਚੇ ਨੇ। ਸੋ ਇਸ ਗੱਲ ਦਾ ਥੋੜ੍ਹਾ ਜਿਹਾ ਮਤਲਬ ਇਸੇ ਨੂੰ ਕਿਹਾ ਜਾਂਦਾ ਸੌਖੀ ਤੋਂ ਔਖੀ, ਇਹਨੂੰ ਕਿਹਾ ਜਾਂਦਾ ਸੰਸਲੇਸ਼ਣ ਵਿਧੀ। ਉਸ ਤੋਂ ਬਾਅਦ ਪੂਰੇ ਨੂੰ ਕਲਮ ਚਲਾਉਣ ਦੀ ਵਿਧੀ।
ਅਧਿਆਪਕ ਤਖਤੀ ਉੱਪਰ ਪੈਨਸਿਲ ਜਾਂ ਸਿੱਕੇ ਨਾਲ ਪੂਰਨੇ ਪਾਉਂਦਾ ਹੈ। ਪੂਰਨੇ ਪਾਉਣ ਦਾ ਮਤਲਬ ਹੁੰਦਾ, ਦੇਖੋ ਜੀ ਕੀ ਕਹਿੰਦੇ ਆ, ਪੂਰਨੇ ਪਾਉਣੇ। ਪੂਰਨੇ ਪਾਉਣ ਦਾ ਮਤਲਬ ਹੁੰਦਾ, ਉਦਾਹਰਨ ਵਾਸਤੇ ਅਧਿਆਪਕ ਨੇ ਕੈ ਲਿਖਤਾ ਐਵੇਂ ਕਰਕੇ, ਫੱਟੀ ਜਾਂ ਪੱਟੀ ਜਾਂ ਸਲੇਟ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਦੇ ਉੱਪਰ ਲਿਖਤਾ ਅਧਿਆਪਕ ਨੇ, ਪੂਰਨੇ ਪਾਉਂਦਾ ਹੈ। ਬੱਚਾ ਉਸ ਉੱਪਰ ਕਲਮ ਫੇਰ ਕੇ ਅਭਿਆਸ ਕਰਦਾ ਹੈ। ਸਮਝੋ, ਬੱਚਾ ਉਸ ਉੱਪਰ ਕਲਮ ਫੇਰ ਕੇ ਅਭਿਆਸ ਕਰਦਾ ਹੈ। ਜਦੋਂ ਤੁਸੀਂ ਛੋਟੇ ਹੁੰਦੇ ਸਕੂਲ ਦੇ ਵਿੱਚ ਗਏ ਸੀ, ਤੁਸੀਂ ਵੀ ਆਹ ਹੀ ਵਿਧੀ, ਪੂਰਨੇ ਪਾਉਣਾ ਵਿਧੀ ਇਸ ਨੂੰ ਕਿਹਾ ਜਾਂਦਾ ਹੈ। ਅੱਗੇ ਆ ਜੂਗੀ ਇਹ ਵਿਧੀ, ਪੂਰਨੇ ਪਾਉਣਾ, ਉਦੋਂ ਆਪਾਂ ਗੱਲ ਕਰਾਂਗੇ। ਪੂਰਨੇ ਪਾਉਣਾ ਸ਼ਾਬਦਿਕ, ਇਹਦਾ ਸ਼ਾਬਦਿਕ ਅਰਥ ਕੀ ਹੈ, ਇਸ ਵਿਧੀ ਦਾ ਮਤਲਬ ਕੀ ਹੈ ਵੀ ਸਭ ਤੋਂ ਪਹਿਲਾਂ ਅਧਿਆਪਕ ਇੱਕ ਅੱਖਰ ਪੱਟੀ ਜਾਂ ਫੱਟੀ ਦੇ ਸਲੇਟ ਦੇ ਉੱਪਰ ਲਿਖ ਦਿੰਦਾ ਹੈ, ਬੱਚਾ ਉਸ ਦੇ ਉੱਪਰ ਆਪਣੀ ਕਲਮ ਜਾਂ ਪੈਨਸਿਲ ਫੇਰਦਾ ਰਹਿੰਦਾ ਹੈ। ਲਓ ਜੀ, ਆ ਗਈ ਤੀਜੀ ਅਵਸਥਾ ਬੇਟਾ ਜੀ, ਤੀਜੀ ਅਵਸਥਾ। ਤੀਜੀ ਅਵਸਥਾ ਦੇ ਵਿੱਚ ਦੋਨੇ ਚੀਜ਼ਾਂ, ਦੋ ਰਚਨਾਵਾਂ ਸਿੱਖੂਗਾ ਬੱਚਾ, ਸ਼ਬਦ ਰਚਨਾ ਤੇ ਵਾਕ ਰਚਨਾ, ਦੋਨੋਂ ਇਕੱਠੀਆਂ ਤੀਜੀ ਅਵਸਥਾ ਦੇ ਵਿੱਚ ਸਿੱਖੂਗਾ। ਤੀਜੀ ਅਵਸਥਾ ਸ਼ਬਦ ਰਚਨਾ ਤੇ ਵਾਕ ਰਚਨਾ। ਬੱਚੇ ਦੀ ਜੋ ਲਿਖਾਈ ਬਣ ਜੇ ਉਹ ਸਾਰੀ ਉਮਰ ਰਹਿੰਦੀ ਹੈ। ਲਓ ਜੀ, ਤੀਜੀ ਅਵਸਥਾ ਦੇ ਵਿੱਚ ਧਿਆਨ ਰੱਖਿਓ, ਭੁਲੇਖਾ ਖਾ ਜਾਓ ਅਗਰ ਆ ਜਾਏ ਪ੍ਰਸ਼ਨ ਕਿ ਬੱਚੇ ਕਿਹੜੀ ਅਵਸਥਾ ਦੇ ਵਿੱਚ ਬੱਚੇ ਦੀ ਲਿਖਾਈ ਹਮੇਸ਼ਾ ਵਾਸਤੇ ਸਥਿਰ ਹੋ ਜਾਂਦੀ ਹੈ, ਵੀ ਮਤਲਬ ਜਿਵੇਂ ਦੀ ਲਿਖੀ ਗਈ ਉਸ ਤੋਂ ਬਾਅਦ ਉਹਦੇ ਵਿੱਚ ਕੋਈ ਸੁਧਾਰ ਨਹੀਂ ਹੋ ਸਕਦਾ, ਉਹ ਹੈ ਕਿ ਜੀ ਤੀਜੀ ਅਵਸਥਾ, ਸ਼ਬਦ ਰਚਨਾ ਤੇ ਵਾਕ ਰਚਨਾ। ਚੌਥੀ ਅਵਸਥਾ ਨਾ ਕਰ ਦਿਓ ਭੁਲੇਖੇ ਨਾਲ, ਗਲਤੀ ਨਾਲ ਪ੍ਰਸ਼ਨ ਅਗਰ ਇਸ ਤਰ੍ਹਾਂ ਦਾ ਬਣੇ ਕਿ ਕਿਹੜੀ ਅਵਸਥਾ ਦੇ ਵਿੱਚ ਬੱਚੇ ਦੀ ਜੋ ਲਿਖਾਈ ਬਣ ਜਾਵੇ ਉਹ ਸਾਰੀ ਉਮਰ ਚੱਲਦੀ ਰਹਿੰਦੀ ਹੈ, ਪ੍ਰਸ਼ਨ ਸਹੀ ਮਾਇਨੇ 'ਚ ਐਵੇਂ ਬਣੂਗਾ, ਪ੍ਰਸ਼ਨ ਦਾ ਉੱਤਰ ਆਊਗਾ ਜੀ ਤੀਜੀ ਅਵਸਥਾ, ਸ਼ਬਦ ਰਚਨਾ ਤੇ ਵਾਕ ਰਚਨਾ। ਹੋ ਸਕਦਾ ਹੋਰ ਔਖਾ ਕਰਨਾ ਹੋਵੇ ਪ੍ਰਸ਼ਨ ਨੂੰ, ਅਵਸਥਾ ਦਾ ਨਾਮ ਤੀਜੀ ਅਵਸਥਾ ਨਾ ਲਿਖੇ, ਤੀਜੀ ਅਵਸਥਾ ਨਾ ਲਿਖ ਕੇ ਸ਼ਬਦ ਰਚਨਾ ਤੇ ਵਾਕ ਰਚਨਾ ਲਿਖ ਦੇ। ਇਸ ਵਿੱਚ ਅੱਖਰਾਂ ਨੂੰ ਜੋੜ ਕੇ ਸ਼ਬਦਾਂ ਅਤੇ ਵਾਕਾਂ ਦੀ ਰਚਨਾ ਕਰਨੀ ਸਿਖਾਈ ਜਾਂਦੀ ਹੈ। ਅੱਖਰਾਂ ਦੀ ਸਿੱਖਿਆ ਬੱਚੇ ਨੂੰ ਆਪਾਂ ਦੂਜੀ ਅਵਸਥਾ ਅੱਖਰ ਰਚਨਾ ਦੇ ਵਿੱਚ ਦੇਤੀ ਹੈ, ਤੇ ਹੁਣ ਤੀਜੀ ਅਵਸਥਾ ਦੇ ਵਿੱਚ ਸ਼ਬਦ ਰਚਨਾ ਤੇ ਵਾਕ ਰਚਨਾ, ਅੱਖਰਾਂ ਤੋਂ ਸ਼ਬਦ ਤੇ ਸ਼ਬਦਾਂ ਤੋਂ ਵਾਕ। ਅਨੁਲਿਪੀ ਜਾਂ ਸੁਲੇਖ ਲਿਖਾਈ, ਸੁਲੇਖ ਜਾਂ ਅਨੁਲਿਪੀ, ਧਿਆਨ ਰੱਖਿਓ, ਅਨੁਲਿਪੀ ਕਿਹਨੂੰ ਕਹਿੰਦੇ ਆ ਜੀ, ਸੁਲੇਖ। ਬੱਚੇ ਕਾਪੀਆਂ ਦੀਆਂ ਪੰਕਤੀਆਂ ਵਿੱਚ ਸੁੰਦਰ ਅੱਖਰ ਲਿਖਣ ਦੀ ਕੋਸ਼ਿਸ਼ ਕਰਦੇ ਆ, ਉੱਪਰਲੀ ਪੰਕਤੀ ਵਿੱਚ ਸੁੰਦਰ ਅੱਖਰ ਛਪੇ ਹੁੰਦੇ ਹਨ ਤੇ ਬੱਚੇ ਉਹਨਾਂ ਦੀ ਨਕਲ ਕਰਦੇ ਆ, ਇਹਦੇ ਇਸੇ ਨੂੰ ਕਿਹਾ ਜਾਂਦਾ ਅਨੁਲਿਪੀ ਜਾਂ ਸੁਲੇਖ। ਹਾਂ, ਪ੍ਰਤੀਲਿਪੀ ਕਿਹਨੂੰ ਕਹਿੰਦੇ ਆ, ਇਹ ਅਨੁਲਿਪੀ ਜਾਂ ਸੁਲੇਖ ਦਾ ਵਿਕਸਿਤ ਰੂਪ ਹੈ। ਪੁਸਤਕ ਜਾਂ ਅਖਬਾਰ ਤੋਂ ਨਕਲ ਕਰਕੇ ਲਿਖਣਾ ਜਿਹੜਾ ਉਹਨੂੰ ਕਿਹਾ ਜਾਂਦਾ ਪ੍ਰਤੀਲਿਪੀ। ਸੁਲੇਖ ਤਾਂ ਉਹ ਹੁੰਦਾ ਵੀ ਉੱਪਰ ਪੰਕਤੀ ਲਿਖੀ ਹੋਵੇ ਤੇ ਹੂਬਹੂ ਥੱਲੇ ਉਹਦੇ ਵਰਗੀ ਪੰਕਤੀ ਲਿਖਣੀ, ਫਿਰ ਇੱਕ ਪੰਕਤੀ ਛਪੀ ਹੋਵੇ ਉਸ 'ਤੇ ਉਹ ਦੂਸਰੀ ਪੰਕਤੀ ਆਪ ਲਿਖਣੀ ਬੱਚੇ ਵੱਲੋਂ, ਉਹਨੂੰ ਤਾਂ ਕਿਹਾ ਜਾਂਦਾ ਅਨੁਲਿਪੀ ਜਾਂ ਸੁਲੇਖ। ਪ੍ਰਤੀਲਿਪੀ ਕੀ ਹੁੰਦਾ ਵੀ ਉਹਦੇ ਉੱਪਰ ਕੋਈ ਮਤਲਬ ਛਪਿਆ ਨਹੀਂ ਹੁੰਦਾ ਕੁਛ ਵੀ, ਮਤਲਬ ਇੱਕ ਖਾਲੀ ਪੰਨਾ ਹੁੰਦਾ ਜਿਹਦੇ ਉੱਪਰ ਬੱਚਾ ਲਿਖਦਾ ਕੀ ਹੈ, ਪ੍ਰਤੀਲਿਪੀ ਲਿਖਦਾ ਹੈ। ਪਰ ਕਿਵੇਂ ਲਿਖਦਾ ਹੈ, ਕਿਸੇ ਅਖਬਾਰ ਜਾਂ ਆਪਣੀ ਪਾਠ ਪੁਸਤਕ ਦੇ ਵਿੱਚੋਂ ਜਾਂ ਕਿਸੇ ਮੈਗਜ਼ੀਨ 'ਚੋਂ ਦੇਖ ਕੇ ਬੱਚਾ ਲਿਖ ਰਿਹਾ ਹੋਵੇ, ਜਦੋਂ ਉਹਨੂੰ ਕਿਹਾ ਜਾਂਦਾ ਪ੍ਰਤੀਲਿਪੀ। ਪ੍ਰਤੀਲਿਪੀ ਦੇ ਨਾਲ ਸ਼ਬਦ ਭੰਡਾਰ ਦਾ ਵਿਕਾਸ। ਹੁਣ ਆ ਗਿਆ ਜੀ ਬੋਲ ਲਿਖਤ ਜਾਂ ਮਲਾਹ। ਜਮਾਤ ਵਿੱਚ ਅਧਿਆਪਕ ਬੋਲਦਾ ਹੈ ਤੇ ਬੱਚੇ ਸੁਣ ਕੇ ਆਪਣੀਆਂ ਕਾਪੀਆਂ ਵਿੱਚ ਲਿਖਦੇ ਹਨ, ਇਹਨੂੰ ਕਿਹਾ ਜਾਂਦਾ ਬੋਲ ਲਿਖਤ ਜਾਂ ਮਲਾਹ। ਮਲਾਹ ਹੁੰਦਾ ਬੇੜੀ ਨੂੰ ਚਲਾਉਣ ਵਾਲਾ। ਤੁਸੀਂ ਐਵੇਂ ਸਮਝੋ ਵੀ ਪੂਰੀ ਜਮਾਤ ਇੱਕ ਬੇੜੀ ਹੈ, ਉਹਦੇ ਵਿੱਚ ਬੱਚੇ ਬੈਠੇ ਹਨ, ਅਧਿਆਪਕ ਮਲਾਹ ਹੈ। ਅਧਿਆਪਕ ਮਲਾਹ ਕੌਣ ਹੈ, ਅਧਿਆਪਕ ਹੈ। ਅਧਿਆਪਕ ਬੋਲ ਰਿਹਾ ਹੈ, ਮਤਲਬ ਮਲਾਹ ਦਾ ਕੰਮ ਕੌਣ ਬੇੜੀ ਨੂੰ ਚਲਾਉਂਦਾ ਕੌਣ ਹੈ, ਉਹ ਹੈਗਾ ਜੀ ਮਲਾਹ। ਤੇ ਜਮਾਤ ਦੇ ਵਿੱਚ ਕੌਣ ਵਰਕ ਕਰ ਰਿਹਾ, ਕੌਣ ਚਲਾ ਰਿਹਾ ਜਮਾਤ ਨੂੰ ਜੀ, ਅਧਿਆਪਕ। ਅਧਿਆਪਕ ਬੋਲ ਰਿਹਾ, ਬੱਚੇ ਆਪਣੀਆਂ ਕਾਪੀਆਂ ਵਿੱਚ ਲਿਖ ਰਹੇ, ਉਹਨੂੰ ਕਿਹਾ ਜਾਂਦਾ ਹੈ ਬੋਲ ਲਿਖਤ ਜਾਂ ਮਲਾਹ। ਬੋਲੇ ਹੋਏ ਨੂੰ ਲਿਖਣਾ, ਬੋਲੂਗਾ ਕੌਣ ਅਧਿਆਪਕ, ਲਿਖੂਗਾ ਕੌਣ ਬੱਚਾ, ਉਸ ਨੂੰ ਦੂਸਰਾ ਨਾਮ ਲਿਖਿਆ ਜਾਂਦਾ ਮਲਾਹ। ਲਓ ਜੀ, ਬੱਚੇ ਨੂੰ ਸ਼ਬਦ ਤੇ ਵਾਕ ਰਚਨਾ ਆਪਾਂ ਤੀਜੀ ਅਵਸਥਾ ਦੇ ਵਿੱਚ ਸਿਖਾਤੀ। ਹੁਣ ਆ ਜਾਓ ਚੌਥੀ ਅਵਸਥਾ, ਲਿਖਣ ਦਾ ਅਭਿਆਸ ਅਤੇ ਆਦਰਸ਼ ਲਿਖਤ। ਇਸ ਅਵਸਥਾ ਵਿੱਚ ਅਭਿਆਸ ਰਾਹੀਂ ਪ੍ਰਾਪਤ ਗਿਆਨ ਨੂੰ ਸਥਿਰ ਬਣਾਇਆ ਜਾਂਦਾ ਹੈ। ਲਓ ਜੀ, ਅਜੇ ਪ੍ਰਸ਼ਨ ਵੀ ਲਿਖਣ ਦਾ ਅਭਿਆਸ ਕਿਹੜੀ ਅਵਸਥਾ ਦੇ ਨਾਲ ਸੰਬੰਧਿਤ ਹੈ, ਚੌਥੀ ਅਵਸਥਾ ਦੇ ਨਾਲ। ਆਦਰਸ਼ ਲਿਖਤ ਦਾ ਸੰਬੰਧ ਕਿਹੜੀ ਅਵਸਥਾ ਦੇ ਨਾਲ ਹੈ, ਚੌਥੀ ਅਵਸਥਾ ਦੇ ਨਾਲ। ਧਿਆਨ ਰੱਖਿਓ, ਪ੍ਰਸ਼ਨ ਬਣਾ ਦੂੰਗਾ ਸਾਰੇ ਮੈਂ ਐਵੇਂ ਦੇ। ਪਹਿਲੀਆਂ ਤਿੰਨ ਅਵਸਥਾਵਾਂ ਦਾ ਸੰਬੰਧ ਆਰੰਭਿਕ ਸ਼੍ਰੇਣੀਆਂ ਨਾਲ, ਠੀਕ ਹੈ, ਸਹੀ ਗੱਲ ਹੈ, ਅਤੇ ਚੌਥੀ ਅਵਸਥਾ ਦਾ ਸੰਬੰਧ ਉੱਚ ਸ਼੍ਰੇਣੀਆਂ ਦੇ ਨਾਲ ਹੈ। ਚੌਥੀ ਅਵਸਥਾ ਦੇ ਵਿੱਚ ਕਿਹੜੇ ਕਿਹੜੇ ਸਾਧਨ ਵਰਤ ਸਕਦਾ ਹੈ ਅਧਿਆਪਕ, ਚਿੱਤਰ ਰਚਨਾ।
ਜਿਵੇਂ ਤਸਵੀਰਾਂ ਕੱਟ ਕੇ ਕਾਪੀ ਵਿੱਚ ਚਿਪਕਾਉਂਦੇ ਹਨ ਤੇ ਸਧਾਰਨ ਵਾਕਾਂ ਵਿੱਚ ਵਸਤੂ ਦਾ ਨਾਮ ਜਾਂ ਉਹਦੀ ਵਿਸ਼ੇਸ਼ਤਾ ਲਿਖਣੀ, ਇਹਨੂੰ ਚਿੱਤਰ ਰਚਨਾ ਕਿਹਾ ਜਾਂਦਾ। ਘਟਨਾਵਾਂ ਦਾ ਵਰਣਨ, ਕੋਈ ਅੱਖੀਂ ਡਿੱਠਾ, ਅੱਖੀਂ ਦੇਖਿਆ ਕੋਈ ਦ੍ਰਿਸ਼, ਉਹਨੂੰ ਘਟਨਾ ਰੂਪ ਵਿੱਚ ਲਿਖਣਾ, ਘਟਨਾਵਾਂ ਦਾ ਵਰਣਨ। ਕੋਈ ਚਿੱਠੀ ਪੱਤਰ ਲਿਖਣਾ, ਤੀਜੀ ਚੌਥੀ ਸ਼੍ਰੇਣੀ ਤੋਂ ਚਿੱਠੀ ਪੱਤਰ ਲਿਖਣ ਦਾ ਅਭਿਆਸ ਕਰਾਇਆ ਜਾਣਾ ਚਾਹੀਦਾ। ਛੁੱਟੀ ਲਈ ਪ੍ਰਾਰਥਨਾ ਪੱਤਰ ਜਿਵੇਂ ਲਿਖਣਾ, ਚਿੱਠੀ ਪੱਤਰ। ਲੇਖ ਰਚਨਾ, ਪ੍ਰਾਇਮਰੀ ਪੱਧਰ ਤੇ ਪੰਛੀਆਂ, ਜਾਨਵਰਾਂ, ਵਸਤੂਆਂ ਬਾਰੇ ਲੇਖ। ਸਭ ਤੋਂ ਪਹਿਲਾ ਲੇਖ ਆਪਣਾ ਹੁੰਦਾ ਗਊ ਮਾਤਾ ਤੇ, ਇਹ ਜਿਹੜਾ ਪ੍ਰਾਰੰਭਿਕ ਸ਼੍ਰੇਣੀਆਂ ਦੇ ਨਾਲ ਸੰਬੰਧੀ ਲੇਖ ਰਚਨਾ, ਇਹਦੇ ਨਾਲ ਲਿਖਣ ਦਾ ਅਭਿਆਸ ਹੁੰਦਾ ਹੈ। ਖਾਲੀ ਥਾਵਾਂ ਭਰਨੀਆਂ, ਅਧਿਆਪਕ ਬੋਰਡ ਦੇ ਉੱਪਰ ਵਾਕ ਲਿਖ ਦੇਵੇ ਤੇ ਕੋਈ ਇੱਕ ਖਾਲੀ ਜਗ੍ਹਾ ਛੱਡ ਦੇਵੇ, ਇਹਦੇ ਵਿੱਚ ਕਿਹੜਾ ਸ਼ਬਦ ਆਊਗਾ ਉਸ ਨੂੰ ਖਾਲੀ ਥਾਂ ਭਰਨ ਲਈ ਆਖੇ। ਸੰਖੇਪ ਰਚਨਾ, 5ਵੀਂ ਸ਼੍ਰੇਣੀ ਤੋਂ ਸ਼ੁਰੂ ਕਰ ਦਿੱਤਾ ਜਾਵੇ ਇਹ ਅਭਿਆਸ। ਮੰਨ ਲਓ ਤੁਸੀਂ ਕੋਈ ਕਹਾਣੀ ਸੁਣਾਈ ਜਾਂ ਕਿਤਾਬ ਦੇ ਵਿੱਚ ਕੋਈ ਕਹਾਣੀ ਹੈ ਤੇ ਉਹਨੂੰ ਕਹੋ ਵੀ ਬੱਚੇ ਨੂੰ ਵੀ ਸੰਖੇਪ ਰੂਪ ਦੇ ਵਿੱਚ ਲਿਖੋ। ਜਿਵੇਂ ਵੱਡੀਆਂ ਜਮਾਤਾਂ ਦੇ ਵਿੱਚ ਲਿਖਿਆ ਹੁੰਦਾ ਜੀ ਇਸ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ, ਬਸ ਛੋਟੀਆਂ ਜਮਾਤਾਂ ਦੇ ਵਿੱਚ ਸੰਖੇਪ ਰੂਪ, ਸੰਖਿਪਤ ਰੂਪ ਵਿੱਚ। ਲਓ ਜੀ, ਲਿਖਣ ਕੌਸ਼ਲ ਦੀਆਂ ਵਿਧੀਆਂ ਦੀ ਆਪਾਂ ਗੱਲ ਕਰਦੇ ਹਾਂ ਹੁਣ। ਲਿਖਣ ਕੌਸ਼ਲ ਦੀਆਂ ਸਾਡੀਆਂ ਵਿਧੀਆਂ ਚੱਲ ਪਈਆਂ ਅੱਗੇ। ਲਿਖਣ ਕੌਸ਼ਲ ਦੀਆਂ ਵਿਧੀਆਂ, ਲਿਖਣ ਕੌਸ਼ਲ ਦੀਆਂ ਵਿਧੀਆਂ ਤੋਂ ਬਾਅਦ ਅੱਛਾ ਹਾਂ ਠੀਕ ਹੈ, ਲਿਖਣ ਕੌਸ਼ਲ ਦੀਆਂ ਵਿਧੀਆਂ ਆਪਾਂ ਅਗਲੀ ਜਮਾਤ ਦੇ ਵਿੱਚ ਕਰਾਂਗੇ ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਜਲਦੀ ਮਿਲਦੇ ਹਾਂ ਜੀ ਲਿਖਣ ਕੌਸ਼ਲ ਦੀ ਅਗਲੀਆਂ ਵਿਧੀਆਂ ਲੈ ਕੇ। ਸਤਿ ਸ੍ਰੀ ਅਕਾਲ।